ਲਾਸਟ ਵੀਡੀਓ ਵਿੱਚ ਆਪਾਂ ਕਰ ਰਹੇ ਸੀ ਹਾਈਡਰੋਜਨ ਦੀ ਰਿਸੈਂਬਲੈਂਸ ਵਿਦ ਅਲਕਲੀ ਮੈਟਲਸ। ਹੁਣ ਆਪਾਂ ਕਰਦੇ ਹਾਂ ਹੈਲੋਜਨਸ ਦਾ, ਜਿਹੜਾ 17ਵਾਂ ਗਰੁੱਪ ਆਪਣੇ ਟੇਬਲ ਦਾ, ਜਿਹਨੂੰ ਕਹਿੰਦੇ ਅਸੀਂ ਹੈਲੋਜਨਸ। ਹੈਲੋਜਨਸ ਦਾ ਦੂਸਰਾ ਨੇਮ ਆਪਾਂ ਕਹਿੰਦੇ ਕਿ ਸਾਲਟ ਫਾਰਮਰ, ਜਿਹੜੀਆਂ ਹੈਲੋਜਨ ਦਾ ਮੀਨਿੰਗ। ਇਹਦੇ ਵਿੱਚ ਆਪਾਂ ਕੁਛ ਇਹਦੇ ਪੁਆਇੰਟਸ ਜਿਹੜੇ ਡਿਸਕਸ ਕਰਾਂਗੇ, ਤੁਹਾਨੂੰ ਪਤਾ ਲੱਗੂਗਾ ਕਿ ਇਹਨੂੰ ਕਿੱਥੇ ਰਿਸੈਂਬਲ ਕਰਨਾ ਚਾਹੀਦਾ ਸੀਗਾ, ਹੈਲੋਜਨਸ ਦੇ ਵਿੱਚ ਵੀ ਰੱਖਿਆ ਜਾ ਸਕਦਾ ਸੀ। ਤਾਂ ਫਸਟ ਪੁਆਇੰਟ ਆਪਣੇ ਕੋਲ ਕੀ ਆਉਂਦਾ ਹੈਗਾ, ਇਲੈਕਟ੍ਰੋਨਿਕ ਕਨਫਿਗਰੇਸ਼ਨ। ਜੇ ਤੁਸੀਂ ਧਿਆਨ ਦਿਓ HID ਉਹਦੀ ਇਲੈਕਟ੍ਰੋਨਿਕ ਕਨਫਿਗਰੇਸ਼ਨ 1s1 ਹੈ। ਸਿਰਫ ਇੱਕ ਇਲੈਕਟ੍ਰੋਨ ਦੀ ਲੋੜ ਹੈ ਨੋਬਲ ਗੈਸ ਹੀਲੀਅਮ ਦੀ ਤਰ੍ਹਾਂ ਬਣਨ ਵਾਸਤੇ, ਸਿਰਫ ਓਨਲੀ 1 ਇਲੈਕਟ੍ਰੋਨ ਨੀਡ ਹੈ, ਡੈਫੀਸ਼ੀਐਂਸੀ ਕਹਿ ਸਕਦੇ। ਜਿਹੜੀ ਫਲੋਰੀਨ ਹੈ ਇਹਦੇ ਕੋਲ ਵੀ ਕੀ ਹੈ ਸਿਸਟਮ, 1s2 2s2 2p5 7 ਇਲੈਕਟ੍ਰੋਨ ਨੇ, ਸਿਰਫ 1 ਇਲੈਕਟ੍ਰੋਨ ਦੀ ਰਿਕੁਆਇਰਮੈਂਟ ਹੈ ਨਿਓਨ ਜਿਹੜੀ ਨੋਬਲ ਗੈਸ 10 ਇਲੈਕਟ੍ਰੋਨ ਵਾਲੀ ਹੈ ਉਹਦੇ ਵਰਗਾ ਬਣਨ ਵਾਸਤੇ। ਆਪਾਂ ਕਹਿ ਸਕਦੇ ਵੀ ਦੋਨਾਂ ਦੀ ਰਿਕੁਆਇਰਮੈਂਟ ਬਿਲਕੁਲ ਸੇਮ ਹੈ। ਸੇਮ ਹੋਣ ਕਰਕੇ ਦੋਨੋਂ ਨੂੰ ਆਪਾਂ ਰੱਖ ਸਕਦੇ ਸੀਗੇ ਇੱਕ ਗਰੁੱਪ ਦੇ ਵਿੱਚ। ਸੈਕੰਡ ਹੁੰਦਾ ਆਇਓਨਾਈਜੇਸ਼ਨ ਐਂਥੈਲਪੀ। ਇਹ ਆਪਾਂ ਪਹਿਲਾਂ ਵੀ ਗੱਲ ਕਰੀ ਸੀ ਵੀ ਬਾਹਰਲੇ ਸ਼ਹਿਰ ਚੋਂ ਇਲੈਕਟ੍ਰੋਨ ਕੱਢਣ ਲਈ ਜਿਹੜੀ એનર્ਜੀ ਦੀ ਲੋੜ ਹੈ ਉਹਨੂੰ ਅਸੀਂ ਕੀ ਬੋਲਦੇ ਹਾਂ, ਆਇਓਨਾਈਜੇਸ਼ਨ એનર્ਜੀ। ਇਹ ਸਾਨੂੰ ਬਾਹਰੋਂ ਲਾਉਣੀ ਪੈਂਦੀ ਹੈ ਇੱਕ ਇਲੈਕਟ੍ਰੋਨ ਨੂੰ ਉੱਥੋਂ ਰਿਮੂਵ ਕਰਨ ਵਾਸਤੇ। ਸ਼ਾਰਟ ਫਾਰਮ ਇਹਦੀ IE। ਜੇ ਤਾਂ ਆਪਾਂ ਦੇਖੀਏ ਹਾਈਡਰੋਜਨ ਦੇ ਤਾਂ ਕਿੰਨੀ ਹੁੰਦੀ ਹੈ, 1312 ਕਿਲੋ ਜੂਲ ਪਰ ਮੋਲ, ਇੱਕ ਮੋਲ ਵਿੱਚੋਂ ਇਲੈਕਟ੍ਰੋਨ ਬਾਹਰ ਕੱਢਣ ਲਈ। ਦੂਸਰੀ ਸਾਈਡ ਜੇ ਆਪਾਂ ਦੇਖੀਏ ਲੀਥੀਅਮ ਕਲੋਰੀਨ ਤੇ ਕਲੋਰੀਨ, ਤਾਂ ਉਹ ਤੁਹਾਡੀ ਮਿਲਦੀ ਤੁਹਾਨੂੰ ਲਗਭਗ ਕਲੋਰੀਨ ਦੀ 1680 ਯਾਨੀ ਕਿ 1680 ਕਿਲੋ ਜੂਲ। ਤੇ ਆਪਾਂ ਜੇ ਦੇਖੀਏ Cl ਦੀ ਉਹ ਮਿਲਦੀ ਆਪਾਂ 1225 ਕਿਲੋ ਜੂਲ ਤੇ 55 ਕਿਲੋ ਜੂਲ ਪਰ ਮੋਲ। ਤਾਂ ਜਿਹੜੀ ਇਹ ਵਾਲੀ એનર્ਜੀ ਹੈ ਇਹ ਨੀਅਰ ਅਬਾਊਟ ਕੀਤੀ ਹੈ H ਦੇ, ਇਸ ਕਰਕੇ ਵੀ ਆਪਾਂ ਨੂੰ ਰੱਖ ਸਕਦੇ ਸੀ 17ਵੇਂ ਗਰੁੱਪ ਦੇ ਵਿੱਚ ਇਲੈਕਟ੍ਰੋਨੈਗੇਟਿਵ ਕਰੈਕਟਰ। ਹੁਣ H ਹੈ, ਜਦੋਂ ਇਹ 1 ਇਲੈਕਟ੍ਰੋਨ ਅਕਵਾਇਰ ਕਰੇ ਇਹਦੇ ਉੱਪਰ ਚਾਰਜ ਕਿਹੜਾ ਆ ਜਾਂਦਾ, -1, ਇਹ ਇਲੈਕਟ੍ਰੋਨੈਗੇਟਿਵ ਕਰੈਕਟਰ ਹੋ ਗਿਆ। ਤੇ ਫਲੋਰੀਨਸ ਵੀ, ਕਲੋਰੀਨ ਸਭ ਇਲੈਕਟ੍ਰੋਨ ਗੇਨ ਕਰਦੀਆਂ, ਉਹਨਾਂ ਉੱਪਰ ਵੀ ਚਾਰਜ ਕਿਹੜਾ ਆ ਜਾਂਦਾ ਹੈਗਾ, ਨੈਗੇਟਿਵ। ਕੋਈ ਵੀ ਐਟਮ ਹੈ ਇਹਨਾਂ ਉੱਪਰ ਵੀ ਨੈਗੇਟਿਵ ਚਾਰਜ ਹੋਊਗਾ ਇਲੈਕਟ੍ਰੋਨ ਗੇਨ ਕਰਨ ਤੇ H ਉੱਪਰ ਵੀ ਨੈਗੇਟਿਵ। ਨੈਕਸਟ ਹੈਗਾ ਆਕਸੀਡੇਸ਼ਨ ਸਟੇਟ। ਆਕਸੀਡੇਸ਼ਨ ਸਟੇਟ ਜਿਹੜੀ H ਲਈ ਵੀ -1 ਹੈ, ਤੇ ਜਿਹੜੀ ਫਲੋਰੀਨ ਹੈ ਬਰੋਮੀਨ ਹੈ, ਆਇਓਡੀਨ, ਇਹਦੇ ਲਈ ਵੀ ਕਿੰਨੀ ਹੈ, -1। ਇਸ ਕਰਕੇ ਵੀ ਆਪਾਂ ਇਹਦੇ ਵਿੱਚ ਰਿਸੈਂਬਲੈਂਸ ਕਰ ਸਕਦੇ ਸੀਗੇ ਇੱਕ 17ਵੇਂ ਗਰੁੱਪ ਵਿੱਚ। ਨੈਕਸਟ ਹੈਗਾ ਡਾਇਆਟੋਮਿਕ ਨੇਚਰ। ਡਾਇਆਟੋਮਿਕ ਦੇ ਵਿੱਚ ਕੀ ਹੈ ਵੀ ਡਾਈ ਮੀਨਸ ਕੀ ਹੁੰਦਾ, 2 ਐਟਮ, ਤੁਹਾਨੂੰ ਪਤਾ ਹੈ ਨਾ, ਸਮੋਲੈਸਟ ਯੂਨਿਟ ਨੇਚਰ। ਹੁਣ ਦੇਖੋ ਜਿਹੜੀ H ਹੈ ਉਹ ਕਿਹੜੀ ਫਾਰਮ 'ਚ ਮਿਲਦੀ ਆਪਾਂ ਨੂੰ, H2 ਦੀ ਫਾਰਮ 'ਚ। ਤੇ ਬਾਕੀ ਜਿਹੜੇ ਆਪਾਂ ਨੂੰ ਐਲੀਮੈਂਟ ਮਿਲਦੇ ਨੇ, ਕਲੋਰੀਨ ਹੋ ਗਈ, ਕਲੋਰੀਨ, ਬੋਰੋਮੀਨ, ਇਹ ਵੀ ਸਾਰੇ ਜਿਵੇਂ ਮਿਲਦੇ ਆਪਾਂ ਨੂੰ ਨੇਚਰ 'ਚ ਡਬਲ ਆਪਸ ਵਿੱਚ ਜੁੜੇ ਹੋਏ। ਲਿਬਰੇਸ਼ਨ ਐਟ ਅਨੋਡ। ਦੇਖੋ ਜੇ ਆਪਾਂ ਇੱਕ ਸੋਲਿਊਸ਼ਨ ਦੇ ਵਿੱਚੋਂ ਦੇਖਾਂਗੇ ਇਹਨਾਂ ਨੂੰ ਲਿਬਰੇਟ ਕਰਵਾਵਾਂਗੇ ਇਲੈਕਟ੍ਰੋਡਸ ਤੇ, ਤਾਂ ਜਿਹੜੀ H ਨੈਗੇਟਿਵ ਹੈ ਇਹਨੇ ਕਿੱਧਰ ਜਾਣਾ, ਪੋਜ਼ਿਟਿਵ ਵੱਲ। ਤਾਂ ਬਾਕੀ ਸਾਰੀਆਂ ਜਿਹੜੀਆਂ ਇਹ ਵੀ ਲਿਬਰੇਟ ਕਿੱਥੇ ਹੋਣਗੀਆਂ, ਕਿੱਥੇ ਪੈਦਾ ਹੋਣਗੀਆਂ, ਜੇ ਕਿਸੇ ਸੋਲਿਊਸ਼ਨ ਚੋਂ ਅਲੱਗ ਕਰਨਾ ਹੋਇਆ ਇਹਨਾਂ ਨੂੰ ਤਾਂ ਸਾਰੀਆਂ ਅਨੋਡ। ਤੇ ਇੱਥੋਂ ਵੀ ਕਲੀਅਰ ਹੋ ਗਿਆ ਵੀ ਇਹਦੀ ਪ੍ਰੋਪਰਟੀ ਇਹਨਾਂ ਨਾਲ ਕੀ ਕਰਦੀ ਹੈ, ਮੈਚ ਕਰਦੀ ਹੈ। ਇਹ ਸੀ ਆਪਣੇ ਕੋਲ ਕਿਹਦੇ ਨਾਲ, ਹਾਈਡਰੋਜਨ ਦੀ ਰਿਸੈਂਬਲੈਂਸ ਵਿਦ ਹੈਲੋਜਨਸ। ਹੁਣ ਆਪਾਂ ਨੈਕਸਟ ਪਾਰਟ ਦੇ ਵਿੱਚ ਕਰਾਂਗੇ ਇਹਨਾਂ ਦਾ ਡਿਫਰੈਂਸ, ਇਹਨਾਂ 'ਚ ਆਪਸ ਵਿੱਚ ਫਰਕ ਕੀ ਹੈ। ਫਸਟ ਆਪਾਂ ਅਲਕਲੀ ਮੈਟਲਸ ਨਾਲ ਕਰਾਂਗੇ, ਇੱਕ ਹੈਲੋਜਨਸ ਦੇ। ਨੈਕਸਟ ਸਲਾਈਡ ਵੱਲ ਜਾਂਦੇ ਹਾਂ। ਤੁਹਾਡੇ ਕੋਲ ਕੀ ਆ ਗਿਆ, ਡਿਫਰੈਂਸ ਕੀ ਹੈ ਫਰੋਮ ਅਲਕਲੀ ਮੈਟਲਸ, ਮੀਨਸ ਕਿ ਅਲਕਲੀ ਮੈਟਲਸ ਤੋਂ ਕਿਹੜੇ ਪੁਆਇੰਟਸ ਤੇ ਆਪਣੇ ਕੋਲ ਕੀ ਹੈ ਵੱਖਰੇ, ਇਹ ਆਪਾਂ
ਵੀ फर्क की है अगली मैटल्स नालों किहदा हाइड्रोजन डिफरेंस की है फर्स्ट आप जी कुछ पॉइंट्स जिहदे पर स्टडी करांगे ओके आयनाइजेशन एनर्जी नॉन मेटालिक करैक्टर एटॉमिसिटी ते नेचर ऑफ कंपाउंड्स जे आप आयनाइजेशन एनर्जी देखिए फर्स्ट की जी एच डी तो वो कितनी सी आप लास्ट भी लिख चुके हैं 13-12 किलो जूल बट जो तुम लीथियम जी देखो 520 जो 520 किलो जूल जो सोडियम देखो तो 495 किलो जूल तो ये देखो हाफ का फर्क पे ज़्यादा तो ये लार्ज डिफरेंस पे अपने को बहुत ज़्यादा ये आयनाइजेशन एनर्जी ये मतलब की है फिर आप उत्थे नहीं रख सकते सी पहला पॉइंट तो हो गया अपन भी आयनाइजेशन एंथैल्पी के विच की इन्हां आपस में लार्ज डिफरेंस जिहड़ा बहुत ज़्यादा नॉन मेटालिक करैक्टर तुहानूं पता है जी एच है हाइड्रोजन ये तो एक नॉन मेटल है बट अपने को लीथियम सोडियम पोटाशियम ये सारियां की नेगियां मैटल्स तभी एक मैटलों के विच नॉन मैटल नूं प्लेस करना जिहड़ा वो डिफिकल्टी है ये प्रॉपर्टी भी मैच नहीं करती हुण गल करते हैं एटॉमिसिटी देखो जी एच है ये H2 की फॉर्म च मिलती है यदा मतलब है डाया एटॉमिक नेचर है जी बट आप लीथियम लिखते हैं सोडियम लिखते हैं पोटाशियम लिखते हैं ये सारे सिंगल सिंगल होंगे सिंगल सिंगल होंगे जाने की कहते मोनो एटॉमिक ये सिंगल वैल्यू है मोनो मीनस सिंगल होंगे तो फिर ये भी प्रॉपर्टी के की पै गया चाप्स विच डिफरेंस नैक्सट है अपने को नेचर ऑफ कंपाउंड्स फॉर एग्जांपल एच है एच तुहानूं पता है कंपाउंड बनाती है किसी नाल Cl नाल Br नाल कुछ भी ये सारे किहड़े हुंदे ने कोवैलेंट कंपाउंड कोवैलेंट क्यों बनाती है क्योंकि ये इलैक्ट्रॉन Cl नाल आपदा शेयर कर लेंगे बट जिहड़े सोडियम है क्लोरीन नाल बनाओ जिहड़ा बॉन्ड जां Br नाल वो एनिक बनाओ कोवैलेंट तो हमेशा इलैक्ट्रॉन शेयर करके बनता हुंदा एनिक आयंस तो बनता इसका इलैक्ट्रॉन कल्ले सांझे होंगे कोवैलेंट जिहड़ा H बनाऊगी बट जिहड़ा सोडियम क्लोरीन वगैरह ने ये सारे जिन्ने आयंस बनाउणगीਆਂ वो पहला इलैक्ट्रॉन सोडियम का लॉस करूगी तो क्लोरीन जी पहला इलैक्ट्रॉन गेन कर पहला उन्हें पर पॉजिटिव से किहड़ा चार्ज आऊगा नैगेटिव फिर वो आपस में की करनगे कंबाइन तो एक फंड है मेन ਤੁਹਾਡੇ ਕੋਲ 4 पॉइंट्स का ਜਿਹੜਾ ਜਿਹਦੇ ਕਰਕੇ डिफरेंस ਇਹਨਾਂ 'ਚ ਉਹ ਬਣ ਰਿਹਾ ਜਿਹਦੇ ਕਰਕੇ ਆਪਾਂ ਕਹਿ ਸਕਦੇ ਇਹਨਾਂ ਨੂੰ ਉੱਥੇ प्लेस नहीं किया जा सकता नैक्सट हम आप करते हैं डिफरेंस फ्रॉम हैलोजोन्स कि हैलोजोन नालों इन्हां दा की फर्क है हुण जिहड़ा हैलोजोन्स ने 17वां ग्रुप ਇਹਦੇ ਨਾਲ ਆਪਾਂ कंपैरिजन करना है ਜਿਹੜੀ एच है हाइड्रोजन ਉਹਦਾ की डिफरेंस की है फर्क की है हम आप डिफरेंस के कुछ पॉइंट्स लिखे फर्स्ट है अपने को less tendency to form हाइड्राइड हाइड्राइड किहड़ा हुंदा जिहदे नेगेटिव चार्ज होवे उस तो बाद आप इत्थे दसांगे एच है ये जिहड़ा इलैक्ट्रॉन गेन करके हाइड्राइड बनाउंदी ना ਇਹਦੇ ਬਣਨ ਦੇ बहुत लैस चांसेस ਨੇ क्यों ये स्टेबल नहीं है नॉट स्टेबल फॉर्म बट ਜਿਹੜੀਆਂ ਹੈਲੋਜਨਸ ਨੇ ਉਹਨਾਂ ਉੱਪਰ 네ਗੇਟਿਵ ਚਾਰਜ ਆਉਂਦਾ ਹੈ ਇਹ स्टेबल है
उन्हें क्यों स्टेबल नहीं, एनर्जी रिलीज बहुत ज़्यादा कर लेंगे, ये तो स्टेबल नहीं गी सारी, बट आ हाइड्रेट बहुत घट बनता है, बहुत स्टेबिलिटी घट है। नैक्सट है अपने को एबसेंस ऑफ लोन पेयर, ਤੁਹਾਨੂੰ ਪਤਾ ਹਾਈਡਰੋਜਨ ਕੋਲ ਸਿਰਫ ਇੱਕੋ ਇਲੈਕਟ੍ਰੋਨ, ਬਟ ਜਿਹੜੀ ਆਪਾਂ ਫਲੋਰੀਨ ਲਿਖਦੇ ਹਾਂ ਇਹਦੇ ਉੱਪਰ ਕਿੰਨੇ ਲੋਨ ਪੇਅਰ ਹੁੰਦੇ ਨੇ, ਮੈਂ ਡਾਟ ਨਾਲ ਵੀ ਲਾ ਸਕਦੇ ਹਾਂ ਤੇ ਕ੍ਰੋਸ ਨਾਲ। 7 ਇਲੈਕਟ੍ਰੋਨ ਨੇ ਨਾ, ਇਹਦਾ ਤਰੀਕਾ ਤੁਹਾਨੂੰ ਪਤਾ ਹੀ ਹੈ, ਫਸਟ ਸਿੰਗਲ ਲਗਾਉਣਾ ਹੁੰਦਾ, ਉਸ ਤੋਂ ਬਾਅਦ ਕੋਈ ਵੀ ਤਿੰਨ ਨੇੜੇ ਹੋ ਡਬਲ ਕਰ, ਇਹਨਾਂ ਕੋਲ ਤਾਂ ਕੀ ਨੇ ਤਿੰਨ ਲੋਨ ਪੇਅਰ, ਬਟ ਹਾਈਡਰੋਜਨ ਕੋਲ ਕੋਈ ਵੀ ਲੋਨ ਪੇਅਰ ਜਿਹੜਾ ਉਹ ਜਾਂ ਕਹ ਲਓ ਐਕਸਟਰਾ ਇਲੈਕਟ੍ਰੋਨ ਨਹੀਂ ਹੈ, ਇਸ ਕਰਕੇ ਵੀ ਆਪਾਂ ਕੀ ਕਹਿ ਸਕਦੇ ਹਾਂ ਵੀ ਇਹਦੀ ਫਾਰਮੇਸ਼ਨ ਜਿਹੜੀ ਪੋਸੀਬਲ ਨਹੀਂ ਹੈਗੀ ਕਿ ਕੁਝ ਕੰਪਾਊਂਡਸ ਦੀ ਜਿਹਦੇ ਨਾਲ ਇਹਦੀ ਆਪਾਂ ਸਿਮਿਲੈਰਿਟੀ ਹੈਲੋਜਨ ਦੇ ਨਾਲ ਕਰ ਸਕੀਏ। ਉਸ ਤੋਂ ਬਾਅਦ ਨੇਚਰ ਆਫ ਆਕਸਾਈਡਸ, ਹੁਣ ਤੁਸੀਂ ਦੇਖੋ ਜਿਹੜੀਆਂ ਨॉन ਮੈਟਲ ਆਪਣੇ ਕੋਲ, ਨॉन ਮੈਟਲ ਦੇ ਜਿੰਨੇ ਆਕਸਾਈਡ ਬਣਦੇ ਉਹ ਸਾਰੇ ਦੇ ਸਾਰੇ ਕਿਹੜੀ ਨੇਚਰ ਚ ਹੁੰਦੇ ਨੇ, ਐਸਿਡਿਕ, ਤੇ ਮੈਟਲ ਦੇ ਆਕਸਾਈਡ ਹਮੇਸ਼ਾ ਤੁਹਾਨੂੰ ਪਤਾ ਕੀ ਹੁੰਦੇ ਨੇ, ਬੇਸਿਕ। ਹੁਣ ਤੁਹਾਨੂੰ ਐਚ ਜਿਹੜੀ ਹਾਈਡਰੋਜਨ ਇਹਦਾ ਆਕਸਾਈਡ ਕੀ ਮਿਲਦਾ, H2O ਪਾਣੀ, ਇਹ ਤਾਂ ਨਿਊਟਰਲ ਹੈ, ਬਟ ਜਿਹੜੀ ਕਲੋਰੀਨ ਹੈ ਜਿਵੇਂ ਫਾਰ ਐਗਜ਼ਾਮਪਲ Cl2O7 ਇਹ ਆਕਸਾਈਡ ਹੈ ਇੱਕ, ਇਹ ਕਿਹੜੀ ਨੇਚਰ 'ਚ ਹੈ, ਐਸਿਡਿਕ, ਤਾਂ ਇਹ ਪ੍ਰੋਪਰਟੀ ਵੀ ਇਹਨਾਂ ਦੀ ਆਪਸ ਵਿੱਚ ਮੈਚ ਨਹੀਂ ਕਰਦੀ, ਨਾ ਇਹ ਨਾ ਕਰਨ ਕਰਕੇ ਇਹਨੂੰ ਆਪਾਂ ਉੱਥੇ ਰੀਪਲੇਸ ਜਿਹੜੀ ਰਿਪਲੇਸਮੈਂਟ ਜਿਹੜੀ ਉਹ ਨਹੀਂ ਕਰ ਸਕਦੇ। ਹੁਣ ਤੁਹਾਡੇ ਦਿਮਾਗ 'ਚ ਕੁਐਸਚਨ ਆ ਰਿਹਾ ਸੀ, ਆ ਰਿਹਾ ਹੋਊਗਾ ਵੀ ਅਸੀਂ ਪੁਆਇੰਟ ਮੈਚ ਵੀ ਕਰ ਲਏ, ਡਿਫਰੈਂਸ ਵੀ ਕਰ ਲਏ, ਫਿਰ ਹੁਣ ਕੀ ਫੈਸਲਾ ਆਪਾਂ ਨੂੰ ਕਰਨਾ ਚਾਹੀਦਾ, ਤਾਂ ਤੁਸੀਂ ਇਹ ਦੇਖੋ ਵੀ ਜਿਹੜੀ ਐਚ ਹੈ ਆਪਣਾ ਪੂਰਾ ਟੇਬਲ ਕਿਹਦੇ ਟਿਕਿਆ ਹੋਏਗਾ, ਇਲੈਕਟ੍ਰੋਨਿਕ ਕੌਨਫੀਗਰੇਸ਼ਨ, ਉਹ ਵੀ ਵੈਲੈਂਸ ਸ਼ੈਲ ਦੀ, ਜਿਹੜੀ ਬਾਹਰਲੇ ਸ਼ੈਲ ਦੀ ਕੌਨਫੀਗਰੇਸ਼ਨ ਹੈ ਉਹਦੇ ਅਕੋਰਡਿੰਗ ਪੂਰਾ ਆਪਣਾ ਟੇਬਲ ਬਣਿਆ, ਕਿਉਂਕਿ ਜਿਹੜੇ ਗਰੁੱਪ 'ਚ ਐਲੀਮੈਂਟ ਰੱਖਦੇ ਆਪਾਂ ਸਾਰਿਆਂ ਦੀ ਬਾਹਰਲੇ ਸ਼ੈਲ ਦੇ ਸੇਮ ਇਲੈਕਟ੍ਰੋਨ ਦੀ ਐਂਟਰੀ ਹੁੰਦੀ ਹੈ, ਤਾਂ ਕਰਕੇ ਫਿਰ ਇਹਦਾ ਜਿਹੜੀ ਵੈਲੈਂਸ ਸ਼ੈਲ ਦੀ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਮਤਲਬ ਮੇਨ ਪ੍ਰੋਪਰਟੀ ਦੀ ਕੌਨਫੀਗਰੇਸ਼ਨ ਜਿਹੜੀ ਫੋਲੋ ਕੀਤੀ ਗਈ ਹੈ ਉਹ ਸਿਰਫ ਫਸਟ ਜਿਹੜਾ ਗਰੁੱਪ ਉਹਦੇ ਨਾਲ ਮੈਚ ਕਰਦਾ, ਇਸੇ ਕਰਕੇ ਇਹਨੂੰ ਆਪਾਂ ਉੱਥੇ ਪਲੇਸ ਕਰ ਸਕਦੇ ਹਾਂ। ਹੁਣ ਨੈਕਸਟ ਆਪਾਂ ਕਰਦੇ ਹਾਂ ਕੁਝ ਪੁਆਇੰਟ ਸੋਰਸ ਨੂੰ ਕਲੀਅਰ ਕਰਦੀ ਹੈ, ਜੋ ਤੁਹਾਡਾ ਡਾਊਟ ਬਣਿਆ ਨੇ ਇਹਦੇ ਰਿਗਾਰਡਿੰਗ ਤਾਂ ਇੱਕ ਵਾਰ ਮੈਨੂੰ ਫੀਡਬੈਕ ਜ਼ਰੂਰ ਛੱਡ ਦਿਓ, ਜਾਂ ਤੁਹਾਨੂੰ ਤੁਹਾਡੀ ਰਿਕੁਆਇਰਮੈਂਟਸ ਨੇ ਜੋ ਵੀ ਤੁਹਾਨੂੰ ਕਿਸ ਪਾਰਟ ਦੀ ਲੋੜ ਹੈ, ਜਾਂ ਤੁਹਾਡੇ ਬੇਸਿਕ ਕਿੱਥੇ ਬੀਤੀ, ਜੇ ਬੇਸ ਚੰਗਾ ਬਣਿਆ ਹੋਵੇ ਫਿਰ ਆਪਾਂ ਨੂੰ ਪ੍ਰੋਬਲਮ ਘੱਟ ਹੁੰਦੀ ਹੈ। ਦੇਖੋ ਐਸੋਟੋਪ ਕੀ ਹੁੰਦਾ, ਐਸੋ ਤਾਂ ਸੇਮ ਹੁੰਦਾ ਨਹੀਂ, ਆਪਾਂ ਐਸੋ ਜਿਹੜੇ ਵਰਡ ਯੂਜ਼ ਕਰਦੇ ਹਾਈਡਰੋਜਨ ਦੇ, ਹੁਣ ਜੇ ਐਸੋਟੋਪ ਪਤਾ ਹੋ ਫਿਰ ਹੀ ਆਪਾਂ ਹਾਈਡਰੋਜਨ ਦੇ ਐਸੋਟੋਪ ਨੂੰ ਸਮਝ ਪਾਵਾਂਗੇ। ਐਸੋਟੋਪ ਕੀ ਹੁੰਦਾ, ਇਹ ਉਹ ਐਟਮ ਹੁੰਦੇ ਨੇ ਸੇਮ ਜਿਨ੍ਹਾਂ ਦਾ ਨੰਬਰ ਸੇਮ ਹੁੰਦਾ ਬਟ ਮਾਸ ਕੀ ਹੁੰਦਾ ਉਹਨਾਂ ਦਾ ਡਿਫਰੈਂਟ। ਜਿਹੜੀ ਹਾਈਡਰੋਜਨ ਹੈ ਸਾਡੇ ਕੋਲ ਮਿਲਦੀ ਹੈ ਨੇਚਰ ਦੇ ਵਿੱਚ, ਇਹ ਅਬਾਊਟ 70% ਹੈ, ਤੇ ਪਾਣੀ ਦੇ ਵਿੱਚ ਹੀ ਹੈ ਮੇਨ ਤਾਂ H2O ਦੀ ਫਾਰਮ 'ਚ ਤਾਂ ਜਿਹੜੀ ਮੈਕਸਿਮਮ ਅਮਾਊਂਟ 'ਚ। ਜੇ ਤੁਹਾਨੂੰ ਪੁੱਛਣ ਵੀ ਐਲੀਮੈਂਟ ਕਿਹੜਾ ਹੈ MCQ ਦੇ ਵਿੱਚ, ਥਰਡ ਮੋਸਟ ਐਬੂਡੈਂਟ ਐਲੀਮੈਂਟ ਹੈ, ਤੀਜਾ ਐਲੀਮੈਂਟ ਜਿਹੜਾ ਸਭ ਤੋਂ ਵੱਧ ਪਾਇਆ। ਤੇ ਫਸਟ ਤਾਂ ਐਲੀਮੈਂਟ ਆਪਣੇ ਕੋਲ ਨਾਈਟ੍ਰੋਜਨ ਦੀ ਅਮਾਊਂਟ ਜ਼ਿਆਦਾ ਨਾ 78% ਨੇਚਰ ਦੇ ਵਿੱਚ। ਨੈਕਸਟ ਹੈ ਆਪਾਂ ਕਰਨਾ ਇਹਦੇ ਐਸੋਟੋਪਸ ਬਾਰੇ, ਤਾਂ ਹਾਈਡਰੋਜਨ ਦੇ ਆਪਾਂ ਕਹਿ ਸਕਦੇ ਹਾਂ ਵੀ ਕਿੰਨੇ ਐਸੋਟੋਪ ਨੇ, 3। ਫਸਟ ਕਿਹੜਾ, ਇਹਦੇ ਵਿੱਚ ਇੱਕ ਇਲੈਕਟ੍ਰੋਨ ਹੈ, ਇੱਕ ਵੀ ਪ੍ਰੋਟੋਨ ਹੈ। ਸੈਕੰਡ ਜਿਹੜਾ ਡਿਊਟੇਰੀਅਮ, ਇਹਦਾ ਆਪਾਂ ਕਹਿੰਦੇ 1H2, ਇਹ ਉਹ ਹੈ ਵੀ ਜਿਹਦੇ 'ਚ ਇੱਕ ਨਿਊਟਰੋਨ ਹੁੰਦਾ, ਇਹਦੇ ਵਿੱਚ ਕੀ ਹੈ ਨੋ ਨਿਊਟਰੋਨ, ਇਹ ਉਹ ਹੈ। ਥਰਡ ਟ੍ਰੀਟੀਅਮ, ਡਿਊਟੇਰੀਅਮ ਟ੍ਰੀਟੀਅਮ, ਜਿਹੜਾ ਇਹ ਕੋਲ ਕੀ ਹੈ ਵੀ ਕਿੰਨੇ ਨਿਊਟਰੋਨ 1 2, ਤਾਂ ਇਹ ਸਾਡੇ ਕੋਲ ਐਸੋਟੋਪ ਆਫ ਹਾਈਡਰੋਜਨ।
ਬਾਕੀ ਆਪਾਂ ਇਸ ਤੋਂ ਬਾਅਦ ਡਿਸਕਸ ਕਰਾਂਗੇ ਅਗਲਾ ਪ੍ਰੋਪਰਟੀਜ਼ ਬਾਰੇ ਕੁਝ ਤੇ ਇੱਕ ਇਹਨਾਂ ਧਿਆਨ ਰੱਖਿਓ ਡੀਅਰ ਵਨਸ ਮੈਨੂੰ ਨੀਚੇ ਫੀਡਬੈਕ ਦੱਸ ਦਿਓ ਜੋ ਵੀ ਰਿਕੁਆਇਰਮੈਂਟਸ ਨੇ ਤੁਹਾਡੀਆਂ ਇਸ ਚੈਪਟਰ ਦੇ ਰਿਗਾਰਡਿੰਗ ਜਾਂ ਤੁਹਾਡੇ ਪੀਕ ਪੁਆਇੰਟਸ ਹੁਣ ਜਿੱਥੇ ਲੱਗ ਰਹੇ ਆ ਲੋਡ ਹੈ ਤਾਂ ਮੈਨੂੰ ਜ਼ਰੂਰ ਮੈਂਸ਼ਨ ਕਰ ਦਿਓ ਮੈਂ ਤੁਹਾਨੂੰ ਲਾਈਵ ਜੋੜ ਕੇ ਵੀ ਕਰਵਾ ਸਕਦਾ ਅਦਰਵਾਈਜ਼ ਜੇ ਤੁਸੀਂ ਰਿਕਾਰਡਿੰਗ ਤੁਹਾਡੇ ਲਈ ਸਹੀ ਹੈ ਤਾਂ ਮੈਂ ਰਿਕਾਰਡਿੰਗ ਕਰਵਾ thanks for watching.